ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਬਲਵੀਰ ਜੰਡੂ ਅਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀਆਂ ਮੌਜੂਦਾ ਪਰਿਸਥਿਤੀਆਂ ਦੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ 1947 ਤੋਂ ਬਾਅਦ ਲਗਾਤਾਰ ਪੰਜਾਬ ਦੀ ਰਾਜਨੀਤੀ ਵਿੱਚ ਵੱਖ-ਵੱਖ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ, ਪਰ ਹੁਣ ਅਸੀਂ ਜੋ ਦੇਖ ਰਹੇ ਹਾਂ ਉਹ ਉਤਰਾਅ ਚੜ੍ਹਾਅ ਦਾ ਦੌਰ ਜਿਹੜਾ ਉਹ ਬਿਲਕੁਲ ਹੀ ਪਹਿਲਿਆਂ ਤੋਂ ਵੱਖਰਾ ਹੈਗਾ। ਔਰ ਉਸ ਦੇ ਵਿੱਚ ਪਹਿਲਾਂ ਤੋਂ ਲੈ ਕੇ ਹੁਣ ਤੱਕ ਕਿਸਾਨ ਅੰਦੋਲਨ ਤਾਂ ਕਰਦੇ ਰਹੇ, ਪਰ ਇਸ ਵਾਰ ਕਿਸਾਨੀ ਦਾ ਜਿਹੜਾ ਅੰਦੋਲਨ ਹੈ ਜਿੰਨਾ ਵਿਸ਼ਾਲ ਹੈ ਅਤੇ ਜਿੰਨਾ ਉਹਦਾ ਰੂਪ ਤਿੱਖਾ ਹੈ ਅਤੇ ਪਿੰਡ ਪੰਜਾਬ ਦਾ ਉਹਦੇ ਵਿੱਚ ਸ਼ਾਮਲ ਹੈ। ਅਤੇ ਕਿਸ ਤਰ੍ਹਾਂ ਜਿਹੜੇ ਕੇਂਦਰ ਸਰਕਾਰ ਨੇ 3 ਖੇਤੀ ਬਿੱਲ ਲਿਆਂਦੇ ਹੈ ਉਹਨਾਂ ਦਾ ਵਿਰੋਧ ਇੰਨਾ ਤਿੱਖਾ ਹੈ ਕਿ ਜਿੰਨਾ ਵੀ ਕਾਰੋਬਾਰੀ ਇੱਥੇ ਖਾਸ ਕਰਕੇ ਅੰਬਾਨੀ ਅਤੇ ਅਡਾਨੀ ਇਸ ਸੂਬੇ ਵਿੱਚ ਆਉਣ ਦਾ ਯਤਨ ਕਰ ਰਹੇ ਹੈ, ਉਹਨਾਂ ਦੇ ਸਾਰੇ ਜਿਹੜੇ ਕਾਰੋਬਾਰੀ ਅਦਾਰੇ ਹੈਗੇ ਹੈ ਉਹਨਾਂ 'ਤੇ ਧਰਨਾ, ਟੋਲ ਪਲਾਜ਼ਿਆਂ 'ਤੇ ਧਰਨਾ, ਮਾਲਸ 'ਤੇ ਧਰਨਾ, ਰੇਲ ਗੱਡੀਆਂ ਜਿਹੜੀਆਂ ਉਹ ਬੰਦ ਹੈ, ਰੇਲ ਪਟੜੀਆਂ 'ਤੇ ਪੱਕੇ ਧਰਨੇ ਲੱਗੇ ਹੋਏ ਹੈ। ਅਤੇ ਇਸ ਨੇ ਪੰਜਾਬ ਦੀ ਰਾਜਨੀਤੀ ਨੂੰ ਵੀ ਬਹੁਤ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਇਸ ਦਾ ਹਿੱਸਾ ਬਣਨ ਦਾ ਯਤਨ ਕਰ ਰਹੀਆਂ। ਇਹ ਸਾਰੀ ਸਥਿਤੀ ਦੇ ਵਿੱਚ ਪੰਜਾਬ ਦੀ ਰਾਜਨੀਤੀ ਕੀ ਕਰਵਟ ਲਏਗੀ, ਇਸ ਦੇ ਉੱਤੇ ਅਸੀਂ ਅੱਜ ਗੱਲ ਕਰਾਂਗੇ। ਇਸ ਦੇ ਉੱਤੇ ਗੱਲ ਕਰਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸ਼੍ਰੀ ਜਗਤਾਰ ਸਿੰਘ ਹੁਣੀ ਹਾਜ਼ਰ ਨੇ। ਮੈਂ ਉਹਨਾਂ ਦਾ ਸਵਾਗਤ ਕਰਦਾ। ਸ਼੍ਰੀ ਜਗਤਾਰ ਸਿੰਘ ਹੁਣੀ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਜੋ ਉਤਰਾਅ ਚੜ੍ਹਾਅ ਆਏ ਹੈ ਉਹਨਾਂ ਨੂੰ ਬੜਾ ਨੇੜਿਓਂ ਦੇਖਿਆ ਔਰ ਉਸ ਦੇ ਵਿੱਚ ਖਾਸ ਕਰਕੇ 1978 ਤੋਂ ਜਦੋਂ ਉਹ ਪੱਤਰਕਾਰੀ ਦੇ ਖੇਤਰ ਵਿੱਚ ਆਏ ਔਰ ਇੰਡੀਅਨ ਐਕਸਪ੍ਰੈਸ ਅਖਬਾਰ ਦੇ ਵਿੱਚ ਉਹਨਾਂ ਨੇ ਐਜ਼ ਏ ਕੋਰਸਪੋਂਡੈਂਟ ਆਪਣੀ ਸ਼ੁਰੂ ਕੀਤਾ, ਤਾਂ ਉਸ ਸਮੇਂ ਤੋਂ ਅੱਜ ਦੇ ਦਿਨ ਤੱਕ ਪੰਜਾਬ ਦੀ ਰਾਜਨੀਤੀ 'ਚ ਜੋ ਵੀ ਵਾਪਰਿਆ ਉਸ ਨੂੰ ਉਹਨਾਂ ਨੇ ਬੜਾ ਨੇੜਿਓਂ ਦੇਖਿਆ ਅਤੇ ਉਸ ਦੇ ਸਬੰਧ ਦੇ ਵਿੱਚ ਉਹਨਾਂ ਨੇ 2 ਕਿਤਾਬਾਂ ਵੀ ਲਿਖੀਆਂ। ਇੱਕ ਤਾਂ ਹੈ ਖਾਲਿਸਤਾਨ ਮੂਵਮੈਂਟ ਏ ਨਾਨ ਸਟਰਗਲ ਔਰ ਦੂਸਰੀ ਹੈ ਰਿਵਰਸ ਔਨ ਫਾਇਰ ਖਾਲਿਸਤਾਨ ਸਟਰਗਲ। ਸੋ ਇਸ ਕਰਕੇ ਇਹ ਜਿਹੜੀ ਸਾਰੀ ਸਥਿਤੀ ਹੈ ਉਸ ਸਥਿਤੀ ਦੇ ਵਿੱਚ ਉਹ ਕਿਸ ਤਰ੍ਹਾਂ ਸੋਚਦੇ ਹੈ, ਅਸੀਂ ਉਹਨਾਂ ਨਾਲ ਇਸ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ। ਜਗਤਾਰ ਜੀ, ਕਿਸ ਤਰ੍ਹਾਂ ਤੁਸੀਂ ਲੈਂਦੇ ਹੋ ਜਿਹੜੀ ਮੌਜੂਦਾ ਸਥਿਤੀ ਹੈ ਉਹਨੂੰ? ਦੇਖੋ, ਮੇਰੇ ਖਿਆਲ ਦੇ ਵਿੱਚ 47 ਤੋਂ ਬਾਅਦ ਜੀ ਇਹ ਆਪਣੇ ਆਪ ਦੇ ਵਿੱਚ ਪਹਿਲੀ ਇਸ ਤਰ੍ਹਾਂ ਦੀ ਮੂਵਮੈਂਟ ਸ਼ੁਰੂ ਹੋਈ ਹੈ ਜੀ, ਜਿਹਦੇ ਵਿੱਚ ਪਿੰਡ ਤੋਂ ਕਿਸਾਨ ਸ਼ਾਮਲ ਹੈ। ਭਾਰਤੀ ਕਿਸਾਨ ਯੂਨੀਅਨ ਦੀਆਂ ਐਜੀਟੇਸ਼ਨਸ ਪਹਿਲਾਂ ਵੀ ਹੁੰਦੀਆਂ ਰਹੀਆਂ, ਲੇਕਿਨ ਇਸ ਢੰਗ ਨਾਲ ਕਦੇ ਵੀ ਪਾਰਟੀਸਪੇਸ਼ਨ ਨਹੀਂ ਹੋਈ। ਮੈਂ ਤੁਹਾਨੂੰ ਸਿਰਫ ਇੱਕ ਯਾਦ ਕਰਾਊਂਗਾ, ਜਦੋਂ ਕਿਸੇ ਜ਼ਮਾਨੇ 'ਚ ਬਲੂ ਸਟਾਰ ਤੋਂ ਪਹਿਲਾਂ BKU ਨੇ ਚੰਡੀਗੜ੍ਹ ਦੇ ਵਿੱਚ ਪੰਜਾਬ ਰਾਜ ਭਵਨ ਦਾ ਘਿਰਾਓ ਕੀਤਾ ਸੀ। ਇੱਕ ਹਫ਼ਤਾ ਸ਼ਾਇਦ ਜ਼ਿਆਦਾ ਚੱਲਿਆ ਸੀ ਜੀ, ਬਹੁਤ ਪੀਸਫੁਲ। ਲੇਕਿਨ ਹੁਣ ਜਿਹੜੇ ਇਸ਼ੂਜ਼ ਹੈਗੇ ਹੈ ਹਾਂਜੀ ਉਹ ਸਰਵਾਈਵਲ ਦੇ ਹੈ ਜੀ। ਪਹਿਲਾਂ ਕਦੇ ਜਿਹੜੀਆਂ ਮੰਗਾਂ ਹੁੰਦੀਆਂ ਸੀਗੀਆਂ ਉਹ ਭਾਅ ਕਿਹਨੇ ਫਿਕਸ ਕਰਨਾ ਹੈ, ਕਿੰਨਾ ਫਿਕਸ ਕਰਨਾ ਹੈ, MSP ਕਿਵੇਂ ਮਿਲਣੀ ਹੈ, ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਹੋਇਆ ਕਰਦਾ ਸੀ, ਨਮੀ ਦੀ ਕਿੰਨੀ ਮਾਤਰਾ ਹੋਵੇ। ਲੇਕਿਨ ਪਹਿਲੀ ਵਾਰੀ ਹੈ ਕਿ ਐਡਾ ਵੱਡਾ ਚੈਲੰਜ ਜਿਹੜੇ ਫਾਰਮ ਬਿੱਲ ਆਏ ਉਹਨਾਂ ਦੇ ਨਾਲ ਕਿਸਾਨੀ ਨੂੰ ਪੋਜ਼ ਹੋਇਆ ਪੰਜਾਬ 'ਚ। ਇਸ ਕਰਕੇ ਸਭ ਤੋਂ ਵੱਡੀ ਸਟਰਗਲ ਹੈ ਕਿਉਂਕਿ ਇੱਥੇ ਸਿਸਟਮ ਬਾਕੀ ਸਟੇਟਸ ਤੋਂ ਬਿਲਕੁਲ ਵੱਖਰਾ ਸੀ। ਇੱਥੇ ਮੰਡੀਆਂ ਸਾਰੀਆਂ ਡਿਵੈਲਪਡ ਹੈਗੀਆਂ, MSP ਇੱਥੇ ਮਿਲਦੀ ਕਣਕ ਔਰ ਝੋਨੇ 'ਤੇ ਦੋਵਾਂ ਫਸਲਾਂ 'ਤੇ ਹੀ, ਜਿਹੜੀ ਕਿ ਹਰਿਆਣਾ ਤੋਂ ਬਿਨਾਂ ਹੋਰ ਕਿਤੇ ਨਹੀਂ ਮਿਲਦੇ ਸੀ ਇਸ ਢੰਗ ਦੇ ਨਾਲ। ਇਸੇ ਕਰਕੇ ਤੁਸੀਂ ਖਬਰਾਂ ਦੇਖੋ ਵੀ ਬਾਹਰ ਤੋਂ ਇਸ ਵੇਲੇ ਝੋਨਾ ਪੰਜਾਬ ਦੇ ਵਿੱਚ ਵਿਕਣ ਵਾਸਤੇ ਆ ਰਿਹਾ, ਜਿਹੜਾ ਰੋਕਿਆ ਗਿਆ ਕੱਲ੍ਹ ਜੀ। ਹੁਣ ਡਰ ਇੱਕ ਕਿਸਾਨ ਨੂੰ ਪੈਦਾ ਹੋ ਗਿਆ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਜਿਹੜੇ ਇਹ ਕਾਨੂੰਨ ਬਣ ਗਏ 3 ਖੇਤੀ ਦੇ ਨਾਲ ਸੰਬੰਧਿਤ, ਇਹ ਖੇਤੀ ਦੀ ਤਬਾਹੀ ਕਰ ਦੇਣਗੇ ਅਤੇ ਇਸ ਸੈਕਟਰ ਨੂੰ ਕਾਰਪੋਰੇਟ ਟੇਕ ਓਵਰ ਕਰ ਲਏਗਾ। ਅਤੇ ਭਾਈ ਜਿਹੜੀ ਇਹ ਝੋਨਾ ਬਾਹਰੋਂ ਆ ਰਿਹਾ ਇਸ ਦਾ ਹੁਣ ਕੀ ਇੰਪੈਕਟ ਪੈ ਰਿਹਾ ਪੰਜਾਬ 'ਚ? ਦੇਖੋ, ਭਾਵੇਂ ਹੁੰਦੀ ਹੈ ਜਿਹੜੀ ਕੁਆਂਟਿਟੀ ਹੈ ਉਨੀ ਨਹੀਂ ਹੁੰਦੀ ਜਿਹਦੇ ਨਾਲ ਇੰਪੈਕਟ ਪਵੇ, ਲੇਕਿਨ ਸਰਕਾਰ ਨੇ ਇੱਕ ਅਰੇਂਜਮੈਂਟ ਕੀਤਾ ਹੁੰਦਾ ਸਾਰੇ ਪ੍ਰੋਕਿਓਰਮੈਂਟ ਦਾ ਵੀ ਤੁਹਾਨੂੰ ਕਿੰਨੀਆਂ ਬੋਰੀਆਂ ਚਾਹੀਦੀਆਂ, ਕਿੰਨੇ ਮੂਵਮੈਂਟ ਵਾਸਤੇ ਟਰੱਕ ਚਾਹੀਦੇ ਹੈ। ਉਹ ਸਿਸਟਮ ਸਾਰਾ ਇਹਦੇ ਨਾਲ ਗੜਬੜ ਹੋ ਜਾਂਦਾ ਹੈ। ਨੰਬਰ 2, ਰਿਜ਼ਰਵ ਬੈਂਕ ਤੋਂ ਲਿਮਿਟ ਆਉਂਦੀ ਹੈ, ਪੈਸਾ ਆਉਂਦਾ ਹੈ। ਇਹ ਜਿਹੜਾ ਉਹ ਪਹਿਲਾਂ ਹੁੰਦਾ ਹਿਸਾਬ ਲਾਇਆ ਹੋਇਆ ਵੀ ਪੰਜਾਬ ਦੀ
ਪ੍ਰੋਡਕਸ਼ਨ ਇੰਨੀ ਹੋਏਗੀ, ਉਸ ਹਿਸਾਬ ਨਾਲ ਸਾਰਾ ਅਰੇਂਜਮੈਂਟ ਕੀਤਾ ਜਾਂਦਾ ਹੈ। ਉਹ ਅਰੇਂਜਮੈਂਟ ਹਿੱਲ ਜਾਂਦਾ ਹੈ। ਜਿੱਤਾ ਜੀ, ਇਹ ਜਿਹੜੀ ਸਾਰੀ ਸਥਿਤੀ ਬਣੀ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ, ਤੇ ਜਿਸ ਤਰ੍ਹਾਂ ਝੋਨਾ ਵੀ ਬਾਹਰੋਂ ਆ ਰਿਹਾ ਹੈ ਔਰ ਕਿਸਾਨੀ ਅੰਦੋਲਨ ਦੀ ਜਿਹੜੀ ਇਸ ਵੇਲੇ ਮੌਜੂਦਾ ਜਿਸ ਪੜਾਅ 'ਤੇ ਹੈ, ਇਹਦੇ ਨਾਲ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੇ 'ਤੇ ਕੀ ਅਸਰ ਪਏਗਾ ਆਉਣ ਵਾਲੇ ਸਮੇਂ 'ਚ? ਆਪਾਂ ਅੱਜ ਦਾ ਦੇਖੀਏ, ਤੁਹਾਡਾ ਪ੍ਰੋਗਰਾਮ ਵੀ ਅੱਜ ਦੇ ਮਸਲੇ 'ਤੇ ਹੀ ਹੈ। ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ, ਐਮਰਜੈਂਸੀ ਸੈਸ਼ਨ ਹੈ। ਬੇਸਿਕਲੀ ਸਿੰਗਲ ਪੁਆਇੰਟ ਏਜੰਡਾ, ਬਾਕੀ ਜੋ ਮਰਜ਼ੀ ਮਸਲੇ ਬਿੱਲ ਆਈ ਜਾਣ। ਇਸ਼ੂ ਤਾਂ ਬੇਸਿਕਲੀ ਇੱਕ ਸੀ ਜਿਹਦੇ ਕਰਕੇ ਇਹ ਐਮਰਜੈਂਸੀ ਸੈਸ਼ਨ ਬੁਲਾਉਣਾ ਪਿਆ। ਅੱਜ ਸੈਸ਼ਨ ਸ਼ੁਰੂ ਹੋਣ ਦੇ ਨਾਲ ਹੀ ਕੰਪੀਟੀਸ਼ਨ ਸ਼ੁਰੂ ਹੋ ਗਿਆ ਤਿੰਨਾਂ ਹੀ ਪਾਰਟੀਆਂ ਦਾ। ਕਾਂਗਰਸ ਨੇ ਆਪਣੀ ਸਿਚੁਏਸ਼ਨ ਰਿਟੇਨ ਕਰਨੀ ਹੈ ਪੋਲੀਟੀਕਲ ਲੈਵਲ 'ਤੇ। ਦੂਜਾ ਕੰਪੀਟੀਸ਼ਨ ਅਕਾਲੀ ਦਲ ਤੇ ਆਪ ਦਾ ਆਪਸ ਦੇ ਵਿੱਚ ਹੈ। ਆਪ ਵਾਲਿਆਂ ਨੇ ਵਿਧਾਨ ਸਭਾ ਦੇ ਵਿੱਚ ਧਰਨਾ ਮਾਰਤਾ, ਉਹਦੇ ਕਰਕੇ ਸੈਸ਼ਨ ਅਡਜਰਨ ਹੋ ਗਿਆ ਕੱਲ੍ਹ ਤੱਕ। ਉਹ ਕਹਿੰਦੇ ਵੀ ਅਸੀਂ ਰਾਤ ਨੂੰ ਵੀ ਇੱਥੇ ਹੀ ਬੈਠਾਂਗੇ ਜਦ ਤੱਕ ਸਾਨੂੰ ਬਿੱਲ ਦੀ ਕਾਪੀ, ਖੇਤੀ ਵਾਲਾ ਜਿਹੜਾ ਬਿੱਲ ਲੈ ਕੇ ਆਉਣਾ ਅਸੈਂਬਲੀ ਦੇ ਵਿੱਚ, ਉਹਦੀ ਕਾਪੀ ਸਾਨੂੰ ਨਹੀਂ, ਪੰਜਾਬ ਸਰਕਾਰ ਵੱਲੋਂ ਜਿਹੜਾ ਲਿਆਂਦਾ, ਪੰਜਾਬ ਸਰਕਾਰ ਵੱਲੋਂ ਜਿਹੜਾ ਲਿਆਂਦਾ ਜਾਏਗਾ, ਉਹ ਜਦੋਂ ਬਣੇਗਾ ਕਾਪੀ ਤਾਂ ਉਦੋਂ ਹੀ ਮਿਲੇਗੀ ਜੀ। ਅਤੇ ਨਾਰਮਲੀ ਜਿਹੜਾ ਐਮਰਜੈਂਸੀ ਸੈਸ਼ਨ ਹੁੰਦਾ ਉਹਦੇ 'ਚ ਏਜੰਡਾ ਹਾਊਸ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ। ਜਿਹੜੀ ਪੁਰਾਣੀ ਰਵਾਇਤ ਹੈ ਉਹ ਇਹੀ ਸੀਗੀ। ਇਹ ਗੱਲ ਸਿਰਫ ਇੱਥੇ ਬਿੱਲ ਦੀ ਕਾਪੀ ਲੈਣ ਦੀ ਨਹੀਂ, ਆਪਣੀ ਸਿਆਸਤ ਕਰਨ ਦੀ ਹੈ, ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਦੀ ਹੈ ਜੀ। ਅਕਾਲੀ ਟਰੈਕਟਰਾਂ 'ਤੇ ਚੜ੍ਹ ਕੇ ਆਏ, ਆਪ ਵਾਲਿਆਂ ਨੇ ਅੰਦਰ ਧਰਨਾ ਮਾਰਤਾ, ਇੱਕ ਸਟੈਪ ਅੱਗੇ ਚਲੇ ਗਏ, ਕਾਲੇ ਚੋਲੇ ਪਾ ਕੇ ਉਹਨਾਂ ਨੇ ਅੰਦਰ ਧਰਨਾ ਮਾਰਤਾ। ਧਰਨਾ ਉਦੋਂ ਚੁੱਕਿਆ ਜਾਏਗਾ ਜਦੋਂ ਕੱਲ੍ਹ ਸੈਸ਼ਨ ਸ਼ੁਰੂ ਹੋਏਗਾ, ਅਤੇ ਜੇ ਉਹਨਾਂ ਨੂੰ ਪਹਿਲਾਂ ਅੱਧਾ ਘੰਟਾ ਪਹਿਲਾਂ ਬਿੱਲ ਮਿਲ ਜਾਏਗਾ ਜੀ। ਸੋ ਆਪਣਾ ਪੁਆਇੰਟ ਸਕੋਰ ਕਰਨ ਦੀ ਗੱਲ ਹੈ। ਜਿਹੜੀ ਗੱਲ ਤੁਸੀਂ ਪੁੱਛੀ ਵੀ ਸਿਆਸਤ ਕਿਵੇਂ ਸ਼ੇਪ ਅਪ ਕਰ ਰਹੀ ਹੈ, ਜੀ ਜੀ, ਉਹ ਇਹ ਹੈ। ਅਕਾਲੀ ਦਲ ਦੀ ਦਿੱਕਤ ਨਾਲ ਇਹ ਹੈ ਕਿ ਅਕਾਲੀ ਦਲ ਨੇ ਪਹਿਲਾਂ 3 ਮਹੀਨੇ ਲਗਾਤਾਰ ਜੀ ਇਹ ਸਾਰੇ ਕੁਝ ਦੀ ਹਮਾਇਤ ਕੀਤੀ। ਜੀ ਜੀ, ਜਦੋਂ ਇਹਨਾਂ ਨੂੰ ਲੱਗਿਆ ਕਿ ਹਾਲਤ ਇਹਨਾਂ ਦੇ ਵੱਸ ਤੋਂ ਬਾਹਰ ਹੈ, ਇਹ ਸਰਕਾਰ 'ਚੋਂ ਬਾਹਰ ਆ ਗਏ। ਜੀ ਜੀ, ਕਿਸਾਨੀ ਦੇ ਜੇ ਕੋਈ ਵੀ ਇੰਟਰਸਟ 'ਤੇ ਬਾਹਰ ਆਏ, ਇੰਟਰਸਟ ਤਾਂ ਇਹ ਆਪਣਾ ਵਾਚ ਕਰ ਰਹੇ ਸੀ। ਜੀ ਜੀ, ਜੇ ਇੰਟਰਸਟ ਆਪਣਾ ਵਾਚ ਨਾ ਕਰਦੇ ਹੁੰਦੇ ਤੇ ਮੇਰੇ ਖਿਆਲ 'ਚ ਬਾਦਲ ਪਰਿਵਾਰ ਸਿਆਸੀ ਮਜਬੂਰੀ ਬਣ ਗਈ, ਸਿਆਸੀ ਮਜਬੂਰੀ ਬਣ ਗਈ। ਬਾਦਲ ਪਰਿਵਾਰ ਨੇ ਪਹਿਲਾਂ 3 ਮਹੀਨੇ ਰੱਜ ਕੇ ਇਹਦੀ ਮਸ਼ਹੂਰੀ ਕੀਤੀ, ਇਹਦੇ ਹੀ ਗੁਣਗਾਨ ਗਾਏ ਬਿੱਲਾਂ ਦੇ। ਪੂਰਾ ਗੁਣਗਾਨ ਗਾਇਆ ਜੀ। ਸੋ ਇਹ ਇਸ ਢੰਗ ਨਾਲ ਸਾਰੀ ਸਿਆਸਤ ਪੰਜਾਬ ਦੀ ਜਿਹੜੀ ਇਲੈਕਸ਼ਨ ਹੈ 2022 ਦੀ, ਜੀ ਜੀ, ਉਹ ਇਸ ਵੇਲੇ ਸ਼ੁਰੂ ਹੈ ਉਹਦੀ ਰੇਸ। ਭਾਈ ਜਿਸ ਤਰ੍ਹਾਂ ਤੁਸੀਂ ਇਹ ਸਾਰੀ ਗੱਲ ਕੀਤੀ ਹੈ, ਉਹਦੇ 'ਚ ਅਸੀਂ ਦੇਖਦੇ ਹਾਂ ਕਿ ਅੰਦੋਲਨ ਤਾਂ ਪਹਿਲਾਂ ਵੀ ਕਰਦੇ ਰਹੇ ਕਿਸਾਨ, ਅਤੇ ਉਹਦੇ ਵਿੱਚ ਕਦੀ ਵੀ ਇਸ ਤਰ੍ਹਾਂ ਨਹੀਂ ਦੇਖਿਆ ਕਿ ਰਾਜਸੀ ਪਾਰਟੀਆਂ ਆਪਣੇ ਤੌਰ 'ਤੇ ਵੀ ਇਸ ਤਰ੍ਹਾਂ ਦੀਆਂ ਅੰਦੋਲਨਾਂ ਦੀ ਹਮਾਇਤ ਕਰਨ ਲਈ ਆਪਣੇ ਵੱਲੋਂ ਇਸ ਤਰ੍ਹਾਂ ਦੇ ਮਾਰਚ ਕੱਢਣ। ਜਿਸ ਤਰ੍ਹਾਂ ਹੁਣ ਕਾਂਗਰਸ ਵੱਲੋਂ ਖੇਤੀ ਯਾਤਰਾ ਕੀਤੀ ਗਈ ਔਰ ਅਕਾਲੀ ਦਲ ਵੱਲੋਂ 3 ਤਖ਼ਤਾਂ ਤੋਂ ਮਾਰਚ ਲਿਆ ਕੇ ਇੱਥੇ ਚੰਡੀਗੜ੍ਹ ਦੇ ਵਿੱਚ ਗਵਰਨਰ ਨੂੰ ਮੈਮੋਰੈਂਡਮ ਦੇਣ ਦਾ ਯਤਨ ਕੀਤਾ ਗਿਆ। ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਇਸ ਤਰ੍ਹਾਂ। ਐਡਾ ਵੱਡਾ ਸੰਘਰਸ਼ ਪਹਿਲਾਂ ਕਦੇ ਹੋਇਆ ਵੀ ਨਹੀਂ, ਔਰ ਐਡੇ ਵੱਡੇ ਇਸ਼ੂ ਪਹਿਲਾਂ ਪੋਜ਼ ਵੀ ਨਹੀਂ ਹੋਏ। ਗੱਲ ਸਿਰਫ ਹੁਣ ਕਿਸਾਨੀ ਦੀ ਪੰਜਾਬ ਦੇ ਵਿੱਚ ਨਹੀਂ ਰਹਿ ਗਈ। ਜੇ ਕਿਸਾਨੀ ਤਬਾਹੀ ਵੱਲ ਜਾਂਦੀ ਹੈ ਤਾਂ ਪੰਜਾਬ ਦੀ ਜਿਹੜੀ ਇਕਾਨਮੀ ਟੋਟਲ ਹੈ ਉਹ ਹਿੱਟ ਹੁੰਦੀ ਹੈ। ਇਸੇ ਕਰਕੇ ਹੀ ਮੇਰੇ ਖਿਆਲ ਦੇ ਵਿੱਚ ਕੱਲ੍ਹ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਨਾਗਰਿਕਾਂ ਨੇ ਇਹਨਾਂ ਦੇ ਸਪੋਰਟ ਦੇ ਵਿੱਚ ਕਾਨਫਰੰਸ ਕੀਤੀ ਜੀ। ਪੰਜਾਬ ਦੇ ਵਿੱਚ ਫਾਰਮ ਸੈਕਟਰ ਤੋਂ ਜਿਹੜੀ ਪ੍ਰੋਕਿਊਰਮੈਂਟ ਹੁੰਦੀ ਹੈ ਵੀਟ ਤੇ ਪੈਡੀ ਦੀ, ਉਹਦਾ ਨਾਲ ਹਰ ਸਾਲ 60 ਤੋਂ 70 ਹਜ਼ਾਰ ਕਰੋੜ ਰੁਪਈਆ ਪੰਪ ਹੁੰਦਾ ਜੀ। ਇਹ ਪੈਸਾ ਆਉਣਾ ਬੰਦ ਹੋ ਜਾਏਗਾ ਅਤੇ ਉਧਰ ਪੂਰੀ ਇਕਾਨਮੀ ਹਿੱਲ ਜਾਏਗੀ ਪੰਜਾਬ ਦੀ। ਵੈਸੇ ਵੀ ਪੰਜਾਬ ਦੇ ਸ਼ਹਿਰ ਜਿਹੜੇ ਖਾਸ ਕਰਕੇ ਭਾਈ ਛੋਟੇ ਸ਼ਹਿਰ ਜਿਹੜੇ ਪਿੰਡਾਂ ਦੇ ਲਾਗੇ, ਉਹ ਤਾਂ ਨਿਰਭਰ ਹੀ ਖੇਤੀ ਦੇ ਨਾਲ ਹੀ ਜੁੜੇ ਹੋਏ ਆ, ਸਾਰਾ ਉਹਨਾਂ ਦਾ ਕਾਰੋਬਾਰ। ਇਹ ਸਾਰੇ ਮੰਡੀ ਟਾਊਨ ਕਹਿੰਦੇ ਆਪਾਂ ਇਹਨਾਂ ਨੂੰ, ਜਿੰਨੇ ਮੰਡੀ ਟਾਊਨ ਹੈਗੇ ਛੋਟੇ, ਜੀ ਜੀ, ਇਹ ਸਾਰੇ ਖੇਤੀ 'ਤੇ ਡਿਪੈਂਡੈਂਟ ਹੈਗੇ। ਜੀ ਜੀ, ਪੰਜਾਬ ਦੀ ਇਕਾਨਮੀ ਖੇਤੀ 'ਤੇ ਆ ਸਾਰੀ। ਜੇ ਪੰਜਾਬ 'ਚ ਇੰਨੀਆਂ ਗੱਡੀਆਂ ਵਿਕਦੀਆਂ ਹੈ, ਜੀ, ਉਹਦਾ ਕਾਰਨ ਇਹੀ ਹੈ। ਭਾਵੇਂ ਕਿਸਾਨ ਇੱਕ ਲੈਵਲ 'ਤੇ ਖੁਦਕੁਸ਼ੀਆਂ ਕਰ ਰਿਹਾ ਹੈ, ਜੀ, ਲੇਕਿਨ ਨਾਲ ਇਹ ਤਾਂ ਸੱਚਾਈ ਹੈ ਕਿ ਇਕਾਨਮੀ ਸਾਰੀ ਇਹਦੇ ਨਾਲ ਸਟਰੈਂਥਨ ਹੁੰਦੀ ਹੈ। ਜੀ ਜੀ, ਇਹ ਬਿੱਲ ਤਾਂ ਉਸ ਤੋਂ ਵੀ ਅੱਗੇ ਚਲੇ ਗਏ। ਇਹਨਾਂ ਨੇ ਹੁਣ ਪੰਜਾਬ ਦੇ ਕਿਸਾਨ ਨੂੰ ਇੱਕ ਖਤਰਾ ਪੈਦਾ ਹੋ ਗਿਆ, ਜੀ, ਜਿਹੜਾ ਡਰ ਖਤਰਾ ਨਹੀਂ, ਜਿਹੜੀ ਗੱਲ ਵਾਰ-ਵਾਰ ਇਹਨਾਂ ਦੇ ਪਲੇਟਫਾਰਮ ਤੋਂ ਹਰ ਥਾਂ ਤੋਂ ਆ ਰਹੀ ਹੈ ਜੀ, ਜੀ, ਕਿ ਅਲਟੀਮੇਟਲੀ ਕਿਸਾਨ
ਆਪਣੀ ਜ਼ਮੀਨ ਤੋਂ ਡਿਸਪੋਜੈਸ ਹੋ ਜਾਏਗਾ। ਜੀ ਜੀ ਜਿਹੜਾ ਸਿਸਟਮ ਆ ਰਿਹਾ ਹੈ ਉਹਦੇ 'ਚ ਕਿਸਾਨ ਉਸ ਲੈਵਲ ਤੇ ਆਪਣੀ ਖੇਤੀ ਕਰ ਹੀ ਨਹੀਂ ਸਕਦਾ, ਕਾਰਪੋਰੇਟ ਨੇ ਟੇਕ ਓਵਰ ਕਰਨਾ ਹੀ ਕਰਨਾ। ਜੀ ਜੀ ਇਹ ਲੌਜਿਕ ਹੈ ਇਹਨਾਂ ਬਿੱਲਾਂ ਦਾ। ਜੀ ਜੀ ਇਹ ਨਹੀਂ ਕੋਈ ਪਲਾਨ ਹੈ। ਜੀ ਜੀ ਉਹ ਜਿਹੜਾ ਇਹ ਪਾਥ ਆ ਡਿਵੈਲਪਮੈਂਟ ਦਾ, ਉਹਦਾ ਲੌਜਿਕ ਹੈ ਜੀ ਉਹਦੇ ਵਿੱਚੋਂ ਕਿਸਾਨ ਮਜ਼ਦੂਰ ਬਣ ਜਾਏਗਾ। ਜੀ ਜਿਹੜਾ ਇਹ ਡਰ ਹੈ ਇਹ ਕਿਸਾਨਾਂ ਨੂੰ ਸੜਕਾਂ ਤੇ ਲਿਆਇਆ। ਭਾਈ ਇਹ ਸਾਰਾ ਅਸੀਂ ਦੇਖ ਰਹੇ ਹਾਂ ਜਿਹੜਾ ਪੰਜਾਬ 'ਚ ਜਿਸ ਤਰ੍ਹਾਂ ਹੈ, ਹਰਿਆਣੇ 'ਚ ਹੈ, ਇਸ ਦਾ ਅਸਰ ਬਾਹਰ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲ ਰਿਹਾ? ਦੇਖੋ ਬਾਹਰ ਜਿਹੜੇ ਇਹ ਲੈਂਡ ਰਿਲੇਸ਼ਨ ਪੰਜਾਬ ਦੇ ਹੈ ਉਹ ਬਾਹਰ ਨਹੀਂ ਸੀਗੇ ਜੀ। ਹਿੰਦੁਸਤਾਨ ਦੇ ਵਿੱਚ ਜਿਹੜਾ ਉਸ ਵੇਲੇ ਮੈਪ ਸੀ, ਮੈਂ ਇਹਨੂੰ ਮੁਲਕ ਨਹੀਂ ਉਸ ਵੇਲੇ ਕਹਿੰਦਾ ਜੀ, ਸਬ ਕੰਟੀਨੈਂਟ ਦੇ ਵਿੱਚ ਜਿਹੜਾ ਇਹ ਏਰੀਆ ਸੀ ਜੀ ਇਹ ਪਹਿਲਾ ਸੀ ਜਿੱਥੇ ਕਿਸਾਨਾਂ ਨੂੰ ਆਪਣੇ ਹੱਕ ਮਿਲੇ ਸੀ, ਬੰਦਾ ਬਹਾਦਰ ਨੇ ਦਿੱਤੇ ਸੀ। ਜੀ 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 ਇਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਜੀ ਸੋ ਇਸੇ ਕਰਕੇ ਪੰਜਾਬ ਦੇ ਵਿੱਚ ਦੋ ਗੱਲਾਂ ਸੀਗੀਆਂ, ਇੱਕ ਤਾਂ ਕਿਸਾਨ ਜ਼ਮੀਨ ਦਾ ਮਾਲਕ ਸੀ, ਇੱਕ ਲੋਕਾਂ ਨੂੰ ਮਿਹਨਤ ਕਰਨ ਦੀ ਆਦਤ ਸੀ। ਉਹਦੇ ਕਰਕੇ ਕਿਸਾਨੀ ਬਹੁਤ ਜਿਹੜੀ ਖੇਤੀ ਸੀ ਉਹ ਬਹੁਤ ਉਹਨੇ ਵਿਕਾਸ ਕੀਤਾ। ਸੋ ਉਹ ਜਿਹੜਾ ਸਾਰਾ ਸਿਸਟਮ ਹੈ ਉਹ ਹੁਣ ਤਹਿਸ ਨਹਿਸ ਹੋ ਰਿਹਾ। ਇੱਥੇ ਅਸੀਂ ਹੁਣ ਲਵਾਂਗੇ ਛੋਟੀ ਜਿਹੀ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਜਗਤਾਈ, ਜਿਸ ਤਰ੍ਹਾਂ ਅਸੀਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ ਔਰ ਤੁਸੀਂ ਸਾਰਾ ਦੱਸਿਆ ਕਿ ਪੰਜਾਬ ਦੀ ਜਿਹੜਾ ਖਾਸ ਕਰਕੇ ਖੇਤੀ ਦਾ ਜਿਹੜਾ ਖੇਤਰ ਹੈ ਉਹਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਸੀਗੀ ਉਹ ਬਾਕੀ ਦੇਸ਼ ਤੋਂ ਬਿਲਕੁਲ ਵੱਖਰੀ ਸੀਗੀ। ਪਰ ਹੁਣ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਅਸੀਂ ਜੇ 2017 ਨੂੰ ਨਜ਼ਰ ਮਾਰੀਏ, 2014 ਨੂੰ ਨਜ਼ਰ ਮਾਰੀਏ, 2019 ਨੂੰ ਨਜ਼ਰ ਮਾਰੀਏ, ਜਿਹੜੀਆਂ ਚੋਣਾਂ ਹੋਈਆਂ ਇੱਥੇ, ਇਹਦੇ ਵਿੱਚ ਪੰਜਾਬ ਦੇ ਅੰਦਰ ਇੱਕ ਰਾਜਸੀ ਤੌਰ 'ਤੇ ਵੀ ਜਿਹੜਾ ਉਥਲ ਪੁਥਲ ਹੋਈ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ 2017 'ਚ ਹੋਈਆਂ, ਉਹਦੇ ਵਿੱਚ ਜਿਹੜਾ ਸੀ ਅਕਾਲੀ ਦਲ ਉਹ ਤੀਸਰੇ ਨੰਬਰ ਤੇ ਚਲੇ ਗਿਆ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਪਹਿਲੀ ਵਾਰ ਇਹਨਾਂ ਚੋਣਾਂ 'ਚ ਕੁੱਦੀ ਸੀ ਤਾਂ ਉਹ ਮੁੱਖ ਵਿਰੋਧੀ ਧਿਰ ਬਣ ਗਈ। ਤਾਂ ਹੁਣ ਇਹ ਜਿਹੜੀ ਮੌਜੂਦਾ ਸਥਿਤੀ ਬਣ ਰਹੀ ਹੈ ਤੇ ਜਿਸ ਤਰ੍ਹਾਂ ਤੁਸੀਂ 2022 ਦਾ ਜ਼ਿਕਰ ਕੀਤਾ, ਤਾਂ ਇਹ ਸਥਿਤੀ ਕੀ ਮੋੜ ਲਏਗੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜੇ ਆਪਾਂ ਪਿਛਲੇ 6 ਮਹੀਨੇ ਦਾ ਜਦੋਂ ਆਰਡੀਨੈਂਸ ਇਸ਼ੂ ਹੋਏ ਆ ਜੂਨ ਦੇ ਵਿੱਚ, ਉਸ ਤੋਂ ਬਾਅਦ ਦਾ ਦੇਖੀਏ ਪੰਜਾਬ ਜੋ ਕੁਝ ਹੋ ਰਿਹਾ ਸੀਗਾ, ਕਿਸਾਨੀ ਨੂੰ ਸਮਝ ਆ ਗਈ ਸੀ ਕਿ ਇਹ ਆਰਡੀਨੈਂਸ ਸਾਡਾ ਨੁਕਸਾਨ ਕਰਨਗੇ ਤੇ ਕਿਸਾਨੀ ਪੰਜਾਬ ਦੀ ਸੜਕਾਂ ਤੇ ਆ ਗਈ। ਲੇਕਿਨ ਬਾਦਲ ਪਰਿਵਾਰ ਉਦੋਂ ਇਹਨਾਂ ਨੂੰ ਆਰਡੀਨੈਂਸ ਨੂੰ ਡਿਫੈਂਡ ਕਰਨ ਲੱਗ ਪਿਆ। ਮੈਂ ਬਾਕੀ ਟੱਬਰ ਦੀ ਗੱਲ ਨਹੀਂ ਕਰਨੀ। ਸਭ ਤੋਂ ਪਹਿਲਾਂ ਪਰਿਵਾਰ ਦੇ ਵਿੱਚੋਂ, ਰਾਦਰ ਅਕਾਲੀ ਦਲ ਦੇ ਵਿੱਚੋਂ, ਬਾਕੀ ਕਿਸੇ ਲੀਡਰ ਨੇ ਤਾਂ ਡਿਫੈਂਡ ਕੀਤਾ ਹੀ ਨਹੀਂ ਸ਼ੁਰੂ ਤੋਂ ਹੀ, ਬਾਕੀ ਸਾਰੇ ਚੁੱਪ ਹੀ ਸੀਗੇ। ਬੀਬੀ ਹਰਸਿਮਰਤ ਕੌਰ ਬਾਦਲ ਉਦੋਂ ਮਿਨਿਸਟਰ ਸੀਗੇ। ਇਹਨਾਂ ਨੇ ਇੱਕੋ ਦਿਨ 3 TV ਚੈਨਲਸ ਨੂੰ ਵੱਖਰਿਆਂ ਬੁਲਾ ਕੇ ਇੰਟਰਵਿਊ ਦਿੱਤੀ, ਜਿਹਦੇ 'ਚ ਪੂਰਾ ਫੋਰਸਫੁਲੀ ਇਹਨਾਂ ਨੇ ਡਿਫੈਂਡ ਕੀਤਾ ਇਹਨਾਂ ਆਰਡੀਨੈਂਸਿਸ ਨੂੰ ਤੇ ਕਿਹਾ ਵੀ ਕਿਸਾਨੀ ਦੇ ਹੱਕ ਦੇ ਵਿੱਚ ਹੈ। ਉਸ ਤੋਂ ਠੀਕ 24 ਘੰਟੇ ਬਾਅਦ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਡਿਫੈਂਡ ਕੀਤਾ ਤੇ ਨਾਲ ਇਹ ਕਿਹਾ ਵੀ ਕੈਪਟਨ ਅਮਰਿੰਦਰ ਸਿੰਘ ਕਿਸਾਨੀ ਨੂੰ ਗੁੰਮਰਾਹ ਕਰ ਰਹੇ ਹੈ। ਲੋਕਾਂ ਨੇ ਗੱਲ ਨਹੀਂ ਸੁਣੀ ਇਹਨਾਂ ਦੀ। ਫਿਰ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਿਆਏ ਵਿੱਚ, ਲੋਕਾਂ ਨੇ ਫਿਰ ਵੀ ਗੱਲ ਨਹੀਂ ਸੁਣੀ। ਸੋ ਅਲਟੀਮੇਟਲੀ ਇਹਨਾਂ ਨੂੰ ਸਰਕਾਰ 'ਚੋਂ ਬਾਹਰ ਆਉਣਾ ਪਿਆ ਤੇ ਨਾਲ ਇਹਨਾਂ ਨੇ ਇਹ ਕਿਹਾ ਕਿ ਅਸੀਂ ਸਰਕਾਰ ਨੂੰ ਸੁਝਾਅ ਦਿੱਤਾ ਸੀ, ਸਾਡੀ ਗੱਲ ਮੰਨੀ ਨਹੀਂ ਗਈ। ਜੇ ਤੁਸੀਂ ਸੁਝਾਅ ਦਿੱਤੇ ਸੀ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਸਭ ਤੋਂ ਪਹਿਲਾਂ ਇਹਨਾਂ ਆਰਡੀਨੈਂਸ ਨੂੰ ਸਪੋਰਟ ਕਿਉਂ ਕੀਤਾ? ਇਹਦਾ ਜਵਾਬ ਚਾਹੀਦਾ। ਹੁਣ ਤੱਕ ਕਿਸੇ ਨੇ ਬਾਦਲ ਪਰਿਵਾਰ ਦੇ ਵਿੱਚੋਂ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਨੰਬਰ 2, ਅੱਜ ਇੱਕ ਇੰਟਰਵਿਊ ਛਪੀ ਹੈ BJP ਦੇ ਪ੍ਰਧਾਨ ਦੀ, ਅਸ਼ਵਨੀ ਸ਼ਰਮਾ ਦੀ। ਉਹਨੇ ਕਿਹਾ ਵੀ ਅਸੀਂ ਲਗਾਤਾਰ ਇਹਨਾਂ ਨੂੰ ਭਰੋਸੇ 'ਚ ਲੈਂਦੇ ਰਹੇ ਤੇ ਲਾਸਟ ਕਹਿੰਦਾ ਸਾਡੀ ਜਿਹੜੀ ਗੱਲਬਾਤ ਇਹਨਾਂ ਨਾਲ ਹੋਈ, ਸਰਦਾਰ ਸੁਖਬੀਰ ਸਿੰਘ ਬਾਦਲ, ਉਹਨੇ ਛੋਟੇ ਬਾਦਲ ਸਾਹਿਬ ਵਰਤਿਆ ਲਫ਼ਜ਼। ਛੋਟੇ ਬਾਦਲ ਸਾਹਿਬ ਨੇ ਕਿਹਾ ਬਈ ਸਾਨੂੰ ਲੈਟਰ ਲਿਆ ਦਿਓ ਕੇਂਦਰ 'ਚੋਂ ਤੇ ਇਹਨਾਂ ਦੀ ਰੈਜ਼ੋਲੂਸ਼ਨ ਸੀ ਵੀ MSP ਜਾਰੀ ਰਹੇ ਤੇ ਮੰਡੀਆਂ ਜਾਰੀ ਰਹਿਣ। ਉਹ ਕਹਿੰਦੇ ਵੀ ਅਸੀਂ ਕਿਹਾ ਵੀ ਚਲੋ ਇਹ ਤਾਂ ਗੱਲ ਹੀ ਕੁਛ ਨਹੀਂ, ਅਸੀਂ ਲੈਟਰ ਲਿਆ ਦਿੰਦੇ ਹਾਂ। ਲੈਟਰ ਲਿਆਂਦੀ। ਉਹ ਕਹਿੰਦਾ ਵੀ ਅਸੀਂ ਦੋਵਾਂ ਨੇ ਪ੍ਰੈਸ ਕਾਨਫਰੰਸ ਕਰਨੀ ਸੀ, ਲੇਕਿਨ ਕਿਉਂਕਿ
ਇਹ ਸਿਆਸਤ ਵਾਲੇ ਪਾਸੇ ਦੇਖ ਰਹੇ ਸੀਗੇ ਤੇ ਸੁਖਬੀਰ ਜੀ ਨੇ ਪਹਿਲਾਂ ਹੀ ਰਿਲੀਜ਼ ਕਰਤੀ। ਕਿਸਾਨ ਫਿਰ ਵੀ ਨਹੀਂ ਮੰਨੇ। ਹੁਣ ਟੋਟਲ ਐਫਰਟ ਬਾਦਲ ਪਰਿਵਾਰ ਦੀ ਜਾਂ ਅਕਾਲੀ ਦਲ ਦੀ ਆਪਣਾ ਬੇਸ ਰਿਟੇਨ ਕਰਨ ਦੀ ਹੈ। ਰਿਟੇਨ ਕਰਨ ਦੀ ਵੀ ਨਹੀਂ, ਬੇਸ ਬਣਾਉਣ ਦੀ ਹੈ, ਕਿਉਂ ਬੇਸ ਤਾਂ ਇਹਨਾਂ ਦਾ ਖੁਰ ਚੁੱਕਿਆ ਸੀ ਪਿਛਲੀ ਇਲੈਕਸ਼ਨ ਦੇ ਵਿੱਚ। ਹੁਣ ਦੋ ਇਸ਼ੂ ਹੈਗੇ ਹੈ। ਇਹਨਾਂ ਨੇ ਸ਼ੁਰੂ ਕੀਤੇ 3 ਮਾਰਚ 3 ਤਖਤਾਂ ਤੋਂ। ਇਹ ਪੰਥ ਵੱਲ ਵੀ ਜਾਣਾ ਚਾਹੁੰਦੇ ਆ, ਜਿੱਥੋਂ ਇਹ ਮੋੜਾ ਕੱਟ ਚੁੱਕੇ ਸੀ ਕਿਸੇ ਜ਼ਮਾਨੇ 'ਚ। ਬਰਗਾੜੀ ਤੋਂ ਬਾਅਦ ਸਿੱਖੀ ਜਿਹੜੇ ਸਿੱਖਾਂ ਦੇ ਡੋਮੇਨ ਹੈ ਉਹਦੇ 'ਚੋਂ ਇਹ ਕੱਟੇ ਗਏ ਸੀਗੇ। ਇੱਕ ਤਾਂ ਹੁਣ ਉਸ ਡੋਮੇਨ 'ਚ ਵਾਪਸ ਜਾਣਾ ਚਾਹੁੰਦੇ ਆ। ਉਹ ਡੋਮੇਨ ਦੇ ਵਿੱਚ ਤੋਂ ਕਿਸਾਨ ਹੈਗੇ। ਸੋ ਪੂਰਾ ਜ਼ੋਰ ਲੱਗਿਆ ਇਹਨਾਂ ਦਾ। ਉਹ ਥਾਂ ਕਿਸਾਨਾਂ ਨੇ ਮੰਨ ਲਈ। ਉਹ ਕਿਸਾਨ ਸੀ ਹੀ ਉਸ ਡੋਮੇਨ ਦੇ। ਸਿੱਖ ਆਧਾਰ ਹੀ ਇਹਨਾਂ ਦਾ ਕਿਸਾਨੀ ਸੀ। ਕਿਸਾਨ ਸਿੱਖ ਹੈ। ਹਾਂਜੀ। ਸੋ ਅਕਾਲੀ ਦਲ ਦਾ ਜਿਹੜਾ ਸਪੋਰਟ ਬੇਸ ਸੀ ਕਿਸਾਨੀ ਤੇ ਪੰਥ, ਉਹ ਇੱਕੋ ਸੀ। ਸੋ ਉਹ ਸਾਰਾ ਹਿੱਟ ਹੋ ਗਿਆ। ਹੁਣ ਪੂਰਾ ਜ਼ੋਰ ਲੱਗਿਆ ਕਿ ਅਗਲੇ ਇਲੈਕਸ਼ਨ ਤੱਕ ਇਹ ਉਸ ਸਪੋਰਟ ਬੇਸ ਨੂੰ ਕੈਪਚਰ ਕਰਨ। ਅੱਗੇ ਸਿਚੁਏਸ਼ਨ ਕਿਵੇਂ ਡਿਵੈਲਪ ਹੁੰਦੀ ਹੈ ਇਹ ਦੇਖਣ ਵਾਲੀ ਗੱਲ ਹੈ। ਇਸ 'ਚ ਆਪ ਦੀ ਕੀ ਸਥਿਤੀ ਲੱਗ ਰਹੀ ਤੁਹਾਨੂੰ? ਆਪਾਂ ਜੇ 17 ਵਾਲੀ ਸਿਚੁਏਸ਼ਨ ਦੇਖੀਏ, ਹਾਂਜੀ, ਤੇ ਉਸ ਤੋਂ ਬਾਅਦ ਆਪ ਬਿਲਕੁਲ ਥੱਲੇ ਆਈ। ਕਿਸੇ ਦੇ ਹੋਰ ਨੇ ਇਹਨਾਂ ਦਾ ਨੁਕਸਾਨ ਨਹੀਂ ਕੀਤਾ। ਇਸ ਪਾਰਟੀ ਨੇ ਆਪਣਾ ਨੁਕਸਾਨ ਆਪਣੇ ਆਪ ਹੀ ਕੀਤਾ। ਜਿਸ ਤਰ੍ਹਾਂ ਅਕਾਲੀ ਦਲ ਨੇ ਇਹ ਸਾਰੇ ਪ੍ਰੋਸੈਸ 'ਚ ਆਪਣਾ ਨੁਕਸਾਨ ਹੀ ਕੀਤਾ ਸੀਗਾ। ਆਰਡੀਨੈਂਸ ਆਉਣ ਤੋਂ ਬਾਅਦ ਆਪ ਦੀ ਹਾਲਤ ਪਾਰਟੀ ਦੀ 17 ਤੋਂ ਬਾਅਦ ਉਹੀ ਹੈ। ਤੇ ਹੁਣ ਤੱਕ ਉਹ ਲੋਕਾਂ 'ਚ ਨਹੀਂ ਜਾ ਰਹੇ। ਮੇਰੇ ਖਿਆਲ ਦੇ ਵਿੱਚ ਉਹਨਾਂ ਨਾਲੋਂ ਜ਼ਿਆਦਾ ਸਪੇਸ ਹੁਣ ਅਕਾਲੀ ਦਲ ਲੈ ਸਕਦਾ ਹੈ ਇਸ ਸਥਿਤੀ ਦੇ ਵਿੱਚ, ਇਸ ਸਿਚੁਏਸ਼ਨ ਦੇ ਵਿੱਚ। ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਇਹ 22 ਤੱਕ ਇਹੀ ਲੜਨੀਆਂ, ਜਾਂ ਕੋਈ ਜਿਸ ਤਰ੍ਹਾਂ ਦਾ ਅੰਦੋਲਨ ਵਿਸ਼ਾਲ ਪੰਜਾਬ 'ਚ ਪੈਦਾ ਹੋਇਆ ਤਾਂ ਕੋਈ ਨਵੀਂ ਧਿਰ ਵੀ ਅੱਗੇ ਆ ਸਕਦੀ, ਜਾਂ ਨਵੀਂ ਪੰਜਾਬ ਦੀ ਬੜੀ ਕਲਾਸਿਕ ਸਿਚੁਏਸ਼ਨ ਹੈ। ਦੇਖੋ ਬੜੇ ਸਾਲਾਂ ਤੋਂ ਉਹ ਚੇਂਜ ਨਹੀਂ ਹੋਈ। ਇੱਥੇ ਤੀਸਰੀ ਧਿਰ ਦੀ ਸਪੇਸ ਲਗਾਤਾਰ ਖਾਲੀ ਹੈ। ਐਕਸਪੈਰੀਮੈਂਟ ਹੋਏ, ਮਨਪ੍ਰੀਤ ਬਾਦਲ ਤੋਂ ਸ਼ੁਰੂ ਕਰ ਲਓ ਤੁਸੀਂ। ਜਦੋਂ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀਗੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਜੀ ਪੀਪਲਜ਼ ਪਾਰਟੀ ਆਫ ਪੰਜਾਬ, ਉਸ ਤੋਂ ਬਾਅਦ ਉਹ ਸਪੇਸ ਲੈਣ ਦੀ ਕੋਸ਼ਿਸ਼ ਕੀਤੀ ਆਪ ਨੇ। ਆਪ ਨੂੰ ਬੜਾ ਮੁਹਾਰਾ ਮਿਲਿਆ, ਆਪ ਮੁਹਾਰਾ ਹੰਗਾਰਾ ਮਿਲਿਆ ਨੇ, ਲੇਕਿਨ ਉਹ ਗਲਤੀ ਕਰ ਗਏ। ਸੋ ਉਹ ਸਪੇਸ ਹੁਣ ਵੀ ਖਾਲੀ ਹੈ। ਜੇ ਕੋਈ ਧਿਰ ਪੰਜਾਬ ਨੂੰ ਕਮਿਟਡ ਹੋਵੇ ਤੇ ਔਨੈਸਟ ਹੋਵੇ, ਉਹ ਉੱਠੇ। ਪੰਜਾਬ ਨੂੰ ਲੀਡਰਸ਼ਿਪ ਦੀ ਲੋੜ ਬਹੁਤ ਸਾਲਾਂ ਤੋਂ ਹੈ ਤੇ ਉਹ ਲੀਡਰਸ਼ਿਪ ਪੰਜਾਬ ਨੂੰ ਨਹੀਂ ਮਿਲ ਰਹੀ। ਹੁਣ ਵੀ ਲੋੜ ਹੈ ਇੱਕ ਵਧੀਆ ਲੀਡਰਸ਼ਿਪ ਅੱਗੇ ਆਵੇ ਤੇ ਸਾਰੀ ਸਿਚੁਏਸ਼ਨ ਨੂੰ ਸੰਭਾਲੇ। ਤੇ ਇਹ ਕੋਈ ਪੋਸੀਬਿਲਿਟੀ ਲੱਗਦੀ ਤੁਹਾਨੂੰ? ਇਹਨੇ ਆਪਣੇ ਜਿਹੜਾ ਲੰਬਾ ਸਮਾਂ ਤੁਸੀਂ ਸਾਰੀ ਰਾਜਨੀਤੀ ਨੂੰ ਦੇਖਿਆ ਕਿ ਇਸ ਤਰ੍ਹਾਂ ਦੀ ਕੋਈ ਇਸ ਸਥਿਤੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਚਿਹਰਾ, ਕੋਈ ਇਸ ਤਰ੍ਹਾਂ ਦੀ ਨਵੀਂ ਪਾਰਟੀ ਬਣਦੀਆਂ ਉਮੀਦਾਂ ਕੋਈ? ਇਹ ਡਿਪੈਂਡ ਕਰਦਾ ਹੈ ਵੀ ਇਹ ਫੋਰਸਿਸ ਕਿਵੇਂ ਆਪਰੇਟ ਕਰਦੀਆਂ। ਕਿਉਂਕਿ ਜੇ ਨਵਾਂ ਚਿਹਰਾ ਦੇਖੀਏ ਨਾ ਤੇ ਫਿਰ ਇੱਕੋ ਹੀ ਨਾਂ ਲਿਆ ਜਾਂਦਾ। ਪਿਛਲੇ 50 ਸਾਲ 'ਚ ਸਭ ਜਰਨੈਲ ਸਿੰਘ ਭਟਾਲਾ ਦਾ ਸੀਗਾ। ਜੀ ਜੀ। ਉਹ ਸਿਆਸਤ ਹੋਰ ਪਾਸੇ ਚਲੀ ਗਈ ਸੀ। ਜੀ ਜੀ। ਤੇ ਉਸ ਤੋਂ ਬਾਅਦ ਕੋਈ ਚਿਹਰਾ ਨਵਾਂ ਨਹੀਂ ਨਿਕਲਿਆ ਅੱਜ ਤੱਕ ਪੰਜਾਬ ਦੀ ਰਾਜਨੀਤੀ, ਪੰਜਾਬ ਦੀ ਰਾਜਨੀਤੀ 'ਚ। ਸੋ ਇੱਕ ਲੋੜ ਹੈ ਜਿਹੜਾ ਚਿਹਰਾ ਡੈਮੋਕ੍ਰੈਟਿਕ ਡੋਮੇਨ ਦੇ ਵਿੱਚ ਫੰਕਸ਼ਨ ਕਰੇ। ਇੱਕ ਜਿਸ ਤਰ੍ਹਾਂ ਅੱਜ ਕੱਲ੍ਹ ਨਵਜੋਤ ਸਿੱਧੂ ਹੁਣਾਂ ਦਾ ਬੜਾ ਨਾਂ ਚਰਚਾ 'ਚ ਰਹਿੰਦਾ ਹੈ। ਅਕਸਰ ਹੀ ਜਦੋਂ ਕੋਈ ਗੱਲ ਹੁੰਦੀ ਹੈ ਕਿ ਪੰਜਾਬ 'ਚ ਕੋਈ ਨਵੀਂ ਧਿਰ ਬਣ ਸਕਦੀ ਹੈ, ਨਵੀਂ ਕੋਈ ਚਿਹਰਾ ਆ ਸਕਦਾ ਹੈ, ਤਾਂ ਜਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਉਹ ਚੁੱਪ ਵੀ ਬੈਠੇ ਹੈ ਔਰ ਆਪ ਵਾਲਿਆਂ ਵੀ ਯਤਨ ਕੀਤਾ ਕਿ ਉਹਨਾਂ ਨਾਲ ਜੁੜ ਜਾਣ। ਫਿਰ ਸੁਖਦੇਵ ਸਿੰਘ ਢੀਂਡਸਾ ਹੋਣਾ ਵੀ ਆਫਰ ਕੀਤਾ, ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਵੀ ਆਫਰ ਕੀਤਾ, ਤਾਂ ਈਵਨ ਕਿ ਸੁਖਪਾਲ ਖਹਿਰਾ ਹੋਣਾ ਨੇ ਵੀ ਉਹਨਾਂ ਨੂੰ ਕਿਹਾ ਕਿ ਆਪਾਂ ਵੱਖਰੀ ਪਾਰਟੀ ਇੱਦਾਂ ਬਣ ਸਕਦੀ ਹੈ। ਤਾਂ ਇਹ ਜਿਹੜਾ ਸਾਰਾ ਕੁਝ ਇਸ ਤਰ੍ਹਾਂ ਦਾ ਵਾਪਰ ਰਿਹਾ ਹੈ, ਇਹਦੇ 'ਚ ਤੁਸੀਂ ਨਵਜੋਤ ਸਿੰਘ ਸਿੱਧੂ ਨੂੰ ਕਿਸ ਤਰ੍ਹਾਂ ਦੇਖਦੇ? ਮੈਂ ਕਿਸੇ ਇੰਡੀਵਿਜੂਅਲ ਬਾਰੇ ਕਮੈਂਟ ਨਹੀਂ ਕਰਦਾ ਹੁੰਦਾ। ਤੇ ਇਹਦੇ ਵਿੱਚ ਓਵਰਆਲ ਰਾਜਨੀਤੀ 'ਚ ਜਿਸ ਤਰ੍ਹਾਂ ਦੀ ਨਾ ਵੀ ਤੁਸੀਂ ਕਰੋ ਇੰਡੀਵਿਜੂਅਲ ਕੰਪੈਂਟ, ਪਰ ਇਹ ਹੈ ਕਿ ਉਹ ਸਾਰਾ ਇੱਕ ਨਵੀਂ ਗੱਲ ਛਿੜੀ ਤਾਂ ਹੈ ਉਹ ਕਿ ਕਿਸ ਨਹੀਂ, ਮੈਨੂੰ ਕੋਈ ਨਜ਼ਰ ਉਹਨਾਂ 'ਚੋਂ ਨਵੀਂ ਗੱਲ ਨਜ਼ਰ ਆ ਨਹੀਂ ਰਹੀ ਜੀ। ਉਹਨਾਂ ਦੀ ਸਿਆਸਤ ਕੀ ਹੈ, ਇਸ਼ੂਜ਼ ਤੇ ਕਿਸੇ ਤੇ ਵੀ ਮੈਨੂੰ ਹੁਣ ਤੱਕ ਉਹਨਾਂ ਦਾ ਕੋਈ ਥੀਸਿਸ ਸਾਹਮਣੇ ਨਜ਼ਰ ਨਹੀਂ ਆਇਆ। ਜੇ ਜਦ ਤੱਕ ਕੋਈ ਗੱਲ ਸਾਹਮਣੇ ਸਿਆਸਤ ਉਹਨਾਂ ਦੀ ਉੱਭਰ ਕੇ ਸਾਹਮਣੇ ਨਹੀਂ ਆਉਂਦੀ, ਇੱਕ ਪਲੇਟਫਾਰਮ ਤੇ
ਟੀਵੀ ਤੇ ਗੱਲ ਕਰ ਲੈਣੀ ਹੋਰ ਹੈ, ਲੇਕਿਨ ਜਦੋਂ ਪ੍ਰੋ ਪੀਪਲ ਸਿਆਸਤ ਕਰਨੀ ਹੋਵੇ ਉਹ ਗੱਲ ਹੋਰ ਹੁੰਦੀ ਹੈ। ਸੋ ਮੈਨੂੰ ਉਹਨਾਂ ਦਾ ਇਹ ਪੱਖ ਅਜੇ ਉੱਭਰ ਕੇ ਸਾਹਮਣੇ ਆਇਆ ਲੱਗਿਆ ਨਹੀਂ ਕਿਤੇ ਵੀ। ਤੇ ਜਿਸ ਤਰ੍ਹਾਂ ਅਸੀਂ ਪਿਛਲਾ ਦੇਖਦੇ ਹਾਂ ਇਤਿਹਾਸ ਜਿਹਦੇ 'ਤੇ ਆਪਾਂ ਗੱਲ ਕਰਕੇ ਹਟੇ ਹਾਂ ਕਿ ਪਿਛਲੇ ਲਗਭਗ 24-25 ਸਾਲ ਇਸ ਤਰ੍ਹਾਂ ਦੇ ਲੰਘੇ ਜਿਹਦੇ ਵਿੱਚ ਪੰਜਾਬ 'ਚ ਮੁੱਖ ਤੌਰ 'ਤੇ ਦੋ ਧਿਰਾਂ ਹੀ ਨਜ਼ਰ ਆਈਆਂ। ਇੱਕ ਪਾਸੇ ਕਾਂਗਰਸ, ਇੱਕ ਪਾਸੇ ਅਕਾਲੀ ਦਲ ਤੇ ਭਾਜਪਾ ਗੱਠਜੋੜ, ਤੇ ਤੀਸਰੀ ਧਿਰ ਜਿਹੜੀ ਉਹ 2017 'ਚ ਉੱਭਰੀ ਸੀ। ਤੇ ਇਹ ਸਾਰੀ ਜਿਹੜੀ ਸਥਿਤੀ ਹੈ, ਜਿਸ ਤਰ੍ਹਾਂ ਹੁਣ ਅਕਾਲੀ ਦਲ ਤੇ ਭਾਜਪਾ ਆਪੋ ਆਪਣੇ ਰਾਹ ਪੈ ਗਏ, ਵੱਖੋ ਵੱਖ ਹੋ ਗਏ, ਉਹਨਾਂ ਨੇ ਗੱਠਜੋੜ ਤੋੜ ਲਏ, ਤਾਂ ਇਸ ਸਥਿਤੀ ਵਿੱਚ ਕਿੱਦਾਂ ਤੁਸੀਂ ਦੇਖਦੇ ਹੋ ਕਿ ਕੀ ਕਰਵਟ ਲੈ ਸਕਦੀ ਹੈ ਸਾਰੀ ਰਾਜਨੀਤੀ? ਬੀਜੇਪੀ ਤੇ ਇੱਥੇ ਫੇਜ਼ ਆਊਟ ਇਹਦੇ ਨਾਲ ਹੋ ਜਾਂਦੀ ਹੈ, ਲੇਕਿਨ ਇੱਕ ਇੰਟਰਸਟਿੰਗ ਫੈਨਾਮਨਾ ਜਿਹੜੀ ਮੋਦੀ ਸਾਹਿਬ ਦੀ ਫਾਲੋਇੰਗ ਹੈ ਨਾ, ਉਹ ਭਾਵੇਂ ਪੰਜਾਬ ਹੈ, ਉਹ ਕੁਛ ਹੱਦ ਤੱਕ ਉਹ ਕਾਇਮ ਹੈ। ਪੰਜਾਬ ਦੀ ਇੱਕ ਹੋਰ ਵੀ ਸਿਚੁਏਸ਼ਨ ਹੈ, ਇੱਥੇ ਕਾਂਗਰਸ ਹਿੰਦੂ ਵਿਊ ਨੂੰ ਆਰਟੀਕੂਲੇਟ ਕਰਦੇ ਰਹੀ ਹੈ, ਬੀਜੇਪੀ ਨਹੀਂ ਸੀ ਕਰਦੀ ਪਹਿਲਾਂ। ਪਿਛਲੇ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਸਿੱਖ ਵੋਟ ਲਈ, ਜਿਹੜਾ ਵੋਟ ਬੈਂਕ ਸ਼ਿਫਟ ਹੋਇਆ ਅਕਾਲੀ ਦਲ 'ਚੋਂ, ਉਹ ਜ਼ਿਆਦਾਤਰ ਆਇਆ ਕਾਂਗਰਸ ਵੱਲ ਅਤੇ ਨਾਲ ਆਪ ਵੱਲ। ਪਹਿਲਾਂ ਖਿਆਲ ਸੀ ਵੀ ਆਪ ਵੱਲ ਵੋਟ ਬੈਂਕ ਜ਼ਿਆਦਾ ਜਾਏਗਾ, ਲੇਕਿਨ ਜਿਹੜੀ ਫਿਰ ਅਲਟੀਮੇਟਲੀ ਸਿਚੁਏਸ਼ਨ ਇਹਨਾਂ ਦੀ ਬਣ ਗਈ ਆਪ ਦੀ, ਉਹਦੇ 'ਚੋਂ ਵੋਟ ਉਧਰ ਵੀ ਨਹੀਂ ਪਈ। ਸੋ ਕੈਪਟਨ ਅਮਰਿੰਦਰ ਸਿੰਘ ਨੇ ਉਹ ਵੋਟ ਬੈਂਕ ਆਪਣੇ ਵੱਲ ਖਿੱਚਿਆ, ਜਿਹੜਾ ਆਪ ਤੋਂ ਪਾਸੇ ਹੋਇਆ, ਆਪ ਤੋਂ ਜਿਹੜਾ ਅਕਾਲੀ ਦਲ ਤੋਂ ਪਾਸੇ ਹੋਇਆ। ਹੁਣ ਵੀ ਉਸੇ ਵੋਟ ਬੈਂਕ ਦੀ ਹੀ ਲੜਾਈ ਹੈ, ਬਾਕੀ ਦਾ ਵੋਟ ਬੈਂਕ ਕਾਇਮ ਹੈ। ਸਾਰੀਆਂ ਅਕਾਲੀ ਦਲ ਦਾ ਕਾਡਰ ਕਾਇਮ ਹੈ। ਅਕਾਲੀ ਦਲ ਦੀ ਖੂਬਸੂਰਤੀ ਇਹ ਹੈ, ਜਿਹੜੀ ਆਪ ਨਾਲੋਂ ਇਹ ਪਾਰਟੀ ਵੱਖਰੀ ਹੈ, ਇਹਨਾਂ ਦਾ ਕਾਡਰ ਕਾਇਮ ਹੈ। ਆਪ ਕੋਲੇ ਕਾਡਰ ਉਸ ਲੈਵਲ ਦਾ ਨਹੀਂ ਹੈ। ਹੁਣ ਜਿਹੜਾ ਅਕਾਲੀ ਦਲ ਸਰਕਾਰ 'ਚੋਂ ਬਾਹਰ ਆਇਆ, ਉਹਦੇ ਨਾਲ ਉਹਨਾਂ ਦਾ ਕਾਡਰ ਤੁਰ ਪਿਆ। ਇਹ ਉਹਨਾਂ ਦਾ ਪੋਜ਼ੀਟਿਵ ਐਸਪੈਕਟ ਹੈ। ਇਹ ਗੇਨ ਕਿੰਨਾ ਕਰਦੇ ਆ, ਗੱਲ ਦੇਖਣ ਵਾਲੀ ਹੈ। ਇਹ ਭਾਈ ਆਪਣਾ ਟਾਈਮ ਵੀ ਖਤਮ ਹੋਣ ਜਾ ਰਿਹਾ, ਤਾਂ ਉਹਦੇ ਵਿੱਚ ਮੈਂ ਜਾਣਨਾ ਚਾਹਾਂਗਾ, ਜਿਸ ਤਰ੍ਹਾਂ ਤੁਸੀਂ ਨਰਿੰਦਰ ਮੋਦੀ ਹੋਣਾ ਦੀ ਗੱਲ ਕੀਤੀ, ਤੇ ਨਰਿੰਦਰ ਮੋਦੀ ਹੁਣ 2014 ਤੋਂ ਲਗਭਗ ਭਾਰਤੀ ਰਾਜਨੀਤੀ ਦੇ ਉੱਤੇ ਉਹਨਾਂ ਦਾ ਪੂਰੀ ਛਾਪ ਹੈ। ਤੇ ਪੰਜਾਬ ਦੇ ਵਿੱਚ ਇਹਨਾਂ ਸਮਿਆਂ ਦੌਰਾਨ ਜਿਹੜੇ ਵੀ ਇਲੈਕਸ਼ਨ ਹੋਏ, ਉੱਥੇ ਉਹਨਾਂ ਨੂੰ ਉਸ ਕਿਸਮ ਦੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਦੀ ਉਸ ਛਾਪ ਦਾ, ਉਸ ਉਹਨਾਂ ਦੇ ਪ੍ਰਭਾਵ ਦਾ ਫਾਇਦਾ ਨਹੀਂ ਹੋਇਆ ਇੱਥੇ ਉਸ ਢੰਗ ਨਾਲ, ਜਿਸ ਢੰਗ ਨਾਲ ਬਾਕੀ ਸਾਰੀਆਂ ਥਾਵਾਂ 'ਤੇ ਹੋਇਆ। ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਵੀ ਹੁਣ ਵੀ ਉਹੀ ਹਾਲਤ ਰਹੇਗੀ? ਨਹੀਂ, ਉਹ ਤਾਂ ਉਹਨਾਂ ਦਾ ਇਮੇਜ ਅਲਟੀਮੇਟਲੀ ਥੱਲੇ ਆ ਰਿਹਾ ਇੱਕ ਲੈਵਲ 'ਤੇ। ਮੈਂ ਕਿਹਾ ਇੱਕ ਸੈਕਸ਼ਨ ਜਿਹੜਾ ਉਹਨਾਂ ਦਾ ਕਮਿਟਡ ਵੋਟਰ ਹੈ, ਉਹ ਉਹਨਾਂ ਦੇ ਨਾਲ ਆ, ਉਹ ਪੰਜਾਬ ਦੇ ਵਿੱਚ ਵੀ ਹੈ, ਲੇਕਿਨ ਉਹਦਾ ਬੀਜੇਪੀ ਨੂੰ ਫਾਇਦਾ ਨਹੀਂ ਹੁੰਦਾ। ਫਾਇਦਾ ਹੁੰਦਾ ਤੁਸੀਂ ਜਿੱਤਦੇ ਕਿ ਹਾਰਦੇ ਹੈ। ਸਿਆਸਤ ਦੇ ਵਿੱਚ ਕਿੰਨੀਆਂ ਤੁਹਾਡੀਆਂ ਸੀਟਾਂ ਹੈ, ਇਹ ਮੈਟਰ ਕਰਦੀਆਂ। ਇਹ ਮੈਟਰ ਨਹੀਂ ਕਰਦਾ ਕਿ ਤੁਹਾਡਾ ਵੋਟ ਬੈਂਕ ਕਿੰਨਾ ਵਧਿਆ ਕਿ ਘਟਿਆ, ਅਤੇ ਉਹਦੇ ਵਿੱਚ ਬੀਜੇਪੀ ਦਾ ਗੇਨ ਨਹੀਂ ਹੈ। ਆਖਰ 'ਚ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ? ਇਹ ਲੜਾਈ ਆਪਸ ਦੇ ਮੇਰੇ ਖਿਆਲ ਹੋਏਗੀ ਅਲਟੀਮੇਟਲੀ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ। ਬੀਜੇਪੀ ਵੀ ਪਾਸੇ ਰਹਿ ਜਾਏਗੀ? ਬੀਜੇਪੀ ਪਾਸੇ ਹੈ, ਵਿੱਚ ਤੀਸਰਾ ਰੋਲ ਤੀਜੇ ਨੰਬਰ 'ਤੇ ਆ ਕੇ ਪਲੇ ਕਰੇਗੀ ਆਪ। ਇਹ ਸਿਚੁਏਸ਼ਨ ਮੈਨੂੰ ਅੱਜ ਦੀ ਡੇਟ ਦੇ ਵਿੱਚ ਨਜ਼ਰ ਆ ਰਹੀ ਹੈ, ਅਤੇ ਇਹ ਸ਼ੇਪ ਅਪ ਅੱਗੇ ਕਿਵੇਂ ਹੁੰਦੀ ਹੈ, ਗੱਲ ਦੇਖਣ ਵਾਲੀ। ਜਗਤਾਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਔਰ ਸਾਡੇ ਦਰਸ਼ਕਾਂ ਨੂੰ ਜਿਹੜੀ ਪੰਜਾਬ ਦੀ ਮੌਜੂਦਾ ਰਾਜਸੀ ਸਥਿਤੀ ਹੈ, ਉਸ ਦੇ ਵਿੱਚ ਪੰਜਾਬ ਦੀ ਰਾਜਨੀਤੀ ਆਉਣ ਵਾਲੇ ਸਮੇਂ ਦੇ ਅੰਦਰ ਕੀ ਕਰਵਟ ਲੈ ਸਕਦੀ ਹੈ, ਉਸ ਦੇ ਉੱਤੇ ਸਾਡੇ ਦਰਸ਼ਕਾਂ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਤਾਂ ਇਸ ਦੇ ਲਈ ਅਸੀਂ ਤੁਹਾਡੇ ਦੁਬਾਰਾ ਧੰਨਵਾਦੀ ਹਾਂ। ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ, ਔਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਸ ਤਰ੍ਹਾਂ ਦੇ ਜਿਹੜੇ ਮੁੱਦੇ ਹੈਗੇ ਆ, ਉਹਨਾਂ ਨੂੰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।